ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮੂਲ ਕੋ ਕਮਲ ਦਲ, ਚਾਰ ਹੈ ਅਮਲ ਲਾਲ। ਨਾਭ ਤਲੇ ਖਟ ਦਲ, ਪੀਰੋ ਰੰਗ ਜਾਨੀਏ। ਮੂਲ ਕੋ ਕਮਲ ਦਲ, ਚਾਰ ਹੈ ਅਮਲ ਲਾਲ। ਨਾਭ ਤਲੇ ਖਟ ਦਲ, ਪੀਰੋ ਰੰਗ ਜਾਨੀਏ। ਸਤਨਾਮ ਸਿਰੇ ਵਾਹਿਗੁਰੂ ਜੀ। ਜੇ ਨਾਮ ਉਚਾਰਤ ਸਭ ਦੁਖ ਮਿਟੇ, ਸੁਖ ਸੰਪਤ ਹੋਏ ਸਦਾ ਕਰੇ ਵਾਸੀ। ਕਰਤ ਪੂਰਬ ਪਾਪ ਮਿਟੇ ਸਭੀ, ਅਰ ਕੇ ਦਲ ਹੋਏ ਸਭ ਕਿਨ ਨਾਸੀ। ਹਿਤ ਮਾਨਵ ਥੇ ਤਰੀ ਜਗ ਮੈਂ, ਪਰ ਪੂਰਨ ਰੂਪ ਸਦਾ ਅਵਨਾਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੇ ਪਗ ਪੰਕਜ, ਭਜੋਰ ਮੈਂ ਨਿਤ ਜੋਤ ਪ੍ਰਗਾਸੀ। ਏਕ ਓੰਕਾਰਾ ਸਤਿਗੁਰ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨਿਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਿਸ ਵਕਤ ਗੋਰਖਨਾਥ ਨੇ ਗੁਰੂ ਬਾਬਾ ਜੀ ਦੀ ਕਰਕੇ ਮਨ ਦੇ ਵਿੱਚ ਪਰਖ ਦੇ ਲਿਆ ਵੀ ਇਹਨਾਂ ਦੇ ਅੰਦਰ ਤਾਂ ਸਮੁੰਦਰ ਦੇ ਸਮਾਨ ਬੇਥਾ ਕਰਾਮਾਤਾਂ ਸ਼ਕਤੀਆਂ ਪਾਈਆਂ ਜਾਂਦੀਆਂ ਨਾ। ਕੋਈ ਵੀ ਸਾਡੇ ਵਿੱਚੋਂ, ਚਾਹੇ ਨੇ 84 ਸਿੱਧ, ਚਾਹੇ ਹੈਗੇ ਨੌਨਾਥ ਹੱਠ ਯੋਗ ਦੀ ਕਮਾਈ ਕਰਨ ਵਾਲੇ, ਕੋਈ ਵੀ ਨਾਨਕ ਨਿਰੰਕਾਰੀ ਨੂੰ ਜਿੱਤ ਨਹੀਂ ਸਕੇਗਾ। ਪਰ ਫਿਰ ਵੀ ਗੋਰਖਨਾਥ ਇਸ ਬਹਾਨੇ ਦੁਆਰਾ ਨਾ ਆਪਣੇ ਚੇਲੇ ਸੇਵਕਾਂ ਦੇ ਮਨ ਦੇ ਵਿੱਚੋਂ ਜਿਹੜਾ ਮਾਨ ਅਹੰਕਾਰ, ਵੱਡੀਆਂ ਵੱਡੀਆਂ ਉਮਰਾਂ ਜਾਂ ਫਿਰ ਮਾੜੀਆਂ ਮੋਟੀਆਂ ਕਰਾਮਾਤਾਂ ਸ਼ਕਤੀਆਂ ਦਾ ਭਰਿਆ ਹੋਇਆ ਸੀ, ਉਹਨੂੰ ਦੌਰ ਕਰਵਾਉਣਾ ਚਾਹੁੰਦਾ ਹੈ। ਪਹਿਲਾਂ ਇਹਨੇ ਆਪ ਵੀ ਗੁਰੂ ਬਾਬਾ ਜੀ ਦੇ ਨਾਲ ਬੈਠ ਕਰਕੇ ਪੜ੍ਹੀਆਂ ਸੀਆਂ, ਵਿਚਾਰਾਂ ਕੀਤੀਆਂ। ਉਹ ਤੋਂ ਬਾਅਦ ਜਿਹੜਾ ਮੌਸ਼ਿੰਦਰ ਨਾਥ ਉਹ ਧਮਕ ਖਾ ਕਰਕੇ ਕਹਿਣ ਲੱਗਿਆ, ਗੁਰੂ ਜੀ ਮੈਨੂੰ ਭੇਜੋ, ਮੈਂ ਜਾ ਕੇ ਨਾਨਕ ਤਪਾ ਜੀ ਨੂੰ ਜਿੱਤ ਲੈਣਾ ਹੈ। ਮੇਰੇ ਅੱਗੇ ਕਿਹੜਾ ਅਰਜੂ, ਬਥੇਰਿਆਂ ਦੇ ਨਾਲ ਮੈਂ ਹੁਣ ਤੱਕ ਸਿੰਘ ਫਸਾਏ ਹਨ। ਕੈਸਾ ਵੀ ਹੋਵੇ, ਮੈਂ ਕਦੇ ਵੀ ਕਿਸੇ ਦੇ ਅੱਗੇ ਹਾਰ ਤਾਂ ਨਹੀਂ ਖਾਧੀ।
ਹਮੇਸ਼ਾ ਵਾਸਤੇ ਫਤਿਹ ਹੀ ਮੈਨੂੰ ਪਰਮਾਤਮਾ ਨੇ ਬਖਸ਼ੀ ਹੈ। ਅਗਰ ਆ ਸਿੱਧ ਮੰਡਲੀ ਮੈਨੂੰ ਆਪਣੇ ਵੱਲੋਂ ਵਰਦਾਨ ਅਸੀਸ ਬਖਸ਼ ਦੇ ਜਾਣ ਅਨੁਸਾਰ ਮੈਂ ਉਹਨਾਂ ਨੂੰ ਜਿੱਤ ਕੇ ਥੱਲੇ ਨੂੰ ਹੀ ਮਾਤਲੋ ਦੀ ਧਰਤੀ ਦੇ ਵੱਲ ਮੋੜ ਦੇਣਾ ਹੈ। ਇਹਨੇ ਵੀ ਬੜੇ ਐਸੇ ਡੂੰਘਾਈ ਵਾਲੇ ਸਵਾਲ ਜਵਾਬ ਗੁਰੂ ਬਾਬਾ ਜੀ ਦੇ ਨਾਲ ਕੀਤੇ, ਪਰ ਜਦੋਂ ਦੇ ਲਿਆ ਵੀ ਇੱਥੇ ਤਾਂ ਪਤਾ ਹੀ ਨਹੀਂ ਲੱਗਦਾ। ਜਿਹੜਾ ਵੀ ਮੈਂ ਕੋਈ ਪ੍ਰਸ਼ਨ ਕੀਤਾ ਨਾਲ ਦੀ ਨਾਲ ਐਸਾ ਉੱਤਰ ਦਿੱਤਾ, ਇਹਨਾਂ ਨੇ ਦੁਬਾਰਾ ਮੈਨੂੰ ਬੋਲਣੋਂ ਹੀ ਬੰਦ ਕਰ ਦਿੱਤੇ ਹੈ। ਉਹ ਸਮੇਂ ਮਛੰਦਰ ਨਾਥ ਦੇ ਮਨ ਦੇ ਵਿੱਚ ਵੀ ਇਹ ਵਿਸ਼ਵਾਸ ਯਕੀਨ ਪੈਦਾ ਹੋ ਗਿਆ ਵੀ ਧਰਤੀ ਦੇ ਉੱਪਰ ਕੋਈ ਵੀ ਐਸਾ ਤਾਂ ਹੈ ਨਹੀਂ ਜਿਹੜਾ ਇਹਨਾਂ ਦੇ ਉੱਪਰ ਜਿੱਤ ਪ੍ਰਾਪਤ ਕਰ ਲਏਗਾ। ਜਾ ਕਰਕੇ ਆਪਣੇ ਗੁਰੂ ਗੋਰਖ ਦੇ ਪਾਸ ਕਹਿ ਲੱਗਿਆ ਵੀ ਦੇਖੋ ਉਹਨਾਂ ਦੇ ਸਮਾਨ ਕੋਈ ਹੈ ਹੀ ਨਹੀਂ। ਤਿੰਨੇ ਲੋਕਾਂ 14 ਭਵਨਾਂ ਦੇ ਵਿੱਚ ਮੈਂ ਤਾਂ ਚੰਗੀ ਤਰ੍ਹਾਂ ਉਹਨਾਂ ਨੂੰ ਜ਼ੋ ਕਰਕੇ ਦੇ ਲਿਆ। ਇਹ ਸੁਣ ਸਾਰ ਗੋਰਖਨਾਥ ਕਹਿੰਦਾ ਚੁੱਪ ਕਰਕੇ ਬਹਿ ਜਾ, ਮੈਨੂੰ ਵੀ ਇਸ ਸੱਚਾਈ ਦੇ ਬਾਰੇ ਪਤਾ ਹੈ। ਫਿਰ ਇਹਨੇ ਆਪਣੇ ਚੇਲਿਆਂ ਚਵਟਿਆਂ ਨਾਥਾਂ ਸਿੱਧਾਂ ਦੀ ਮਜਲਸ ਲਗਾ ਲਈ ਹੈ। ਕਹਿਣ ਲੱਗਾ ਵੀ ਹੈ ਕੋਈ ਤੁਹਾਡੇ ਵਿੱਚੋਂ ਐਸਾ ਜੋ ਨਾਨਕ ਤਪਾ ਜੀ ਨੂੰ ਜਿੱਤ ਕਰਕੇ ਆਪਣੇ ਪੰਥ ਦੇ ਵਿੱਚ ਲਿਆਵੇ। ਜ਼ਾਵੇਰੋਂ ਨੂੰ ਥੱਲੇ ਮੋੜ ਦੇ ਉੱਤੋਂ ਹੀ ਵੱਡੇ ਵੱਡੇ ਪਹਾੜਾਂ ਤੋਂ ਉਹ ਸਮੇਂ ਜਿਹੜਾ ਸੀ ਲੋਹੀਪਾ ਨਾਮ ਦਾ ਸਿੱਧ ਕਹਿ ਲੱਗਿਆ ਵੀ ਮੈਨੂੰ ਹੁਕਮ ਕਰੋ। ਇਹੋ ਜਿਹੇ ਬੜੇ ਔਖੇ ਤੋਂ ਔਖੇ ਮੈਂ ਜਾ ਕਰਕੇ ਸਵਾਲ ਕਰੂੰ ਉਹਨਾਂ ਦੇ ਅੱਗੇ, ਪਰ ਜਵਾਬ ਦੇਣਾ ਉਹਨਾਂ ਨੂੰ ਬੜਾ ਔਖਾ ਹੋ ਜਾਏਗਾ। ਇਹਨੇ ਵੀ ਉਹ ਜਿਹੜੇ 24 ਘੰਟਿਆਂ ਦੇ ਵਿੱਚ ਮਨੁੱਖ ਨੂੰ ਸਵਾਸ ਆਉਂਦੇ ਹਨ ਉਹਦੇ ਬਾਰੇ ਬੜੀਆਂ ਜਿਹੜੀਆਂ ਐਸੀਆਂ ਵਿਚਾਰਾਂ ਕੀਤੀਆਂ ਸਨ। ਉਸ ਸਮੇਂ ਗੁਰੂ ਬਾਬਾ ਜੀ ਨੂੰ ਕਹਿ ਲੱਗਿਆ ਵੀ ਦੇਖੋ ਮੇਰੇ ਨਾਲ ਤਾਂ ਤੁਸੀਂ ਸੱਚੇ ਵਚਨ ਕਰਨੇ ਹਨ। ਜਿਵੇਂ ਜਿਵੇਂ ਕੋਈ ਵੀ ਇਹਨੇ ਮਹਾਰਾਜ ਦੇ ਅੱਗੇ ਸਵਾਲ ਪਾਇਆ ਨਾਲ ਦੀ ਨਾਲ ਸਤਿਗੁਰੂ ਜੀ ਇਹਨੂੰ ਉਹਦਾ ਜਿਹੜਾ ਜਵਾਬ ਬਖਸ਼ ਰਹੇ ਹਨ। ਇਤਿਹਾਸਕ ਪ੍ਰਸੰਗ ਪਿੱਛੇ ਆਇਆ। ਅਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਮੂਲ ਕੋ ਕਮਲ ਦਲ। ਉਸ ਸਮੇਂ ਪੁੱਛਿਆ ਇਸ ਲੋਹੀਪਾ ਨਾਮ ਦੇ ਸਿੱਧ ਨੇ ਵੀ ਸਰੀਰ ਦੇ ਵਿੱਚ ਕਿਤਨੇ ਚੱਕਰ ਪਾਏ ਜਾਂਦੇ ਹਨ। ਗੁਰੂ ਬਾਬਾ ਜੀ ਨੇ ਬੜੇ ਪਿਆਰ ਦੇ ਨਾਲ ਇਹਨੂੰ ਪਰ ਸਮਝਾਉਣਾ ਸ਼ੁਰੂ ਕੀਤਾ ਹੋਇਆ ਵੀ ਜਿਹੜਾ ਮੂਲਾਧਾਰ ਚੱਕਰ ਹੈ ਇਸ ਸਰੀਰ ਦੇ ਵਿੱਚ ਜੋ ਵੀ ਇਹਨਾਂ ਦੇ ਕਮਲ ਤਾਂ ਸਾਰਿਆਂ ਦੇ ਮੁੱਦੇ ਹੋਏ ਪਏ ਹਨ। ਇਸ ਦੇ ਜਿਹੜੇ ਬੜੇ ਨਿਰਮਲ ਲਾਲ ਰੰਗ ਦੀਆਂ ਪੰਖੜੀਆਂ ਹਨ। ਚਾਰ ਹੈ ਅਮਲ ਲਾਲ। ਚਾਰ ਜਿਹੜੇ ਲਾਲ ਰੰਗ ਦੀਆਂ ਪੰਖੜੀਆਂ ਇਸ ਮੁੱਦੇ ਹੋਏ ਕਮਲ ਦੇ ਵਿੱਚ
ਪਾਈਆਂ ਜਾਂਦੀਆਂ ਹਨ। ਨਾਭ ਤਲੇ ਖੱਟ ਦਲ ਦੂਜੇ ਨੰਬਰ ਤੇ ਜਿਹੜਾ ਨਾਭੀ ਦੇ ਥਲੇ ਸਭਾ ਦਾ ਸਥਾਨ ਨਾਮ ਦਾ ਚੱਕਰ ਆਉਂਦਾ ਹੈ ਤੇ ਉਹਦੇ ਜਿਹੜੇ ਪੱਤੇ ਹਨ, ਨਾਭ ਤਲੇ ਖੱਟ ਦਲ ਜਿਹੜਾ ਮੂਲਾਧਾਰ ਦੇ ਥੱਲੇ ਉਹਦੀਆਂ ਜਿਹੜੀਆਂ 6 ਪੰਖੜੀਆਂ ਬਣੀਆਂ ਹੋਈਆਂ ਹਨ। ਪੀਰੋ ਰੰਗ ਜਾਨੀਏ ਇਹਨਾਂ ਪੰਖੜੀਆਂ ਦੇ ਪੀਲੇ ਰੰਗ ਨੇ ਜਿਹੜਾ ਦੂਜੇ ਨੰਬਰ ਦਾ ਸਭਾ ਦਾ ਸਥਾਨ ਨਾਮ ਦਾ ਚੱਕਰ ਪੈਂਦਾ ਹੈ। ਨਾਭ ਮੈਂ ਦਸਮ ਦਲ ਅੱਗੇ ਜਿਹੜਾ ਜਿਹਨੂੰ ਕਹਿੰਦੇ ਨੇ ਨਾਭੀ ਚੱਕਰ, ਇਹਦੇ ਮੁੱਦੇ ਹੋਏ ਕਮਲ ਦੀਆਂ 10 ਪੰਖੜੀਆਂ ਲੱਗੀਆਂ ਹੋਈਆਂ ਹਨ। ਨੀਲੋ ਰੰਗ ਸੋਹੈ ਜਾਂ ਕੋ ਇਹਨਾਂ ਪੰਖੜੀਆਂ ਦਾ ਜਿਹੜਾ ਨੀਲਾ ਰੰਗ ਬੜਾ ਸ਼ੋਭਾ ਪਾਉਂਦਾ ਹੈ। ਰਿਧੀ ਦਲ ਦੁਆਦਸ ਕੋ ਉਹ ਤੋਂ ਬਾਅਦ ਫਿਰ ਜਿਹੜਾ ਅੱਗੇ ਹਿਰਦਾ ਜਿਹੜਾ ਚੱਕਰ ਨਾਮ ਆ ਜਾਂਦਾ ਹੈ। ਸੀਤ ਪਹਿਚਾਨੀਏ ਇਸ ਦਾ ਜਿਹੜਾ ਕਮਲ ਉਹ ਵੀ ਚਿੱਟੇ ਰੰਗ ਦਾ ਬਣਿਆ ਹੋਇਆ ਹੈ। ਕੰਠ ਕੋ ਕਮਲ ਦਲ ਅੱਗੇ ਜਿਹੜਾ ਕੰਠ ਚੱਕਰ ਇੱਥੇ ਥੋੜਾ ਜਿਹਾ ਫਰਕ ਪਾ ਕਰਕੇ ਲਿਖਿਆ ਹੋਇਆ ਹੈ। ਪਹਿਲਾ ਮੂਲਾਧਾਰ ਨਾਮ ਦਾ ਚੱਕਰ, ਫਿਰ ਸਭਾ ਦਸ਼ਟਾ ਨਾਮ ਦਾ ਚੱਕਰ, ਮਣੀ ਚੱਕਰ, ਕੁੰਭ ਚੱਕਰ, ਆਗਿਆ ਚੱਕਰ, ਤਰਕੁੱਟੀ ਇਤਿਆਦਿ ਕੇ ਜਿਹੜੇ 6 ਚੱਕਰ ਸਰੀਰ ਦੇ ਅੰਦਰ ਪਾਏ ਜਾਂਦੇ ਹਨ। 16 ਹੈ ਅਮਲ ਭੇਦ ਇਹਦੀਆਂ ਜਿਹੜੀਆਂ ਮੂਦੇ ਹੋਏ ਕਮਲ ਦੀਆਂ 16 ਪੰਖੜੀਆਂ ਬਣੀਆਂ ਹੋਈਆਂ ਹਨ। ਤ੍ਰਿਕੁਟੀ ਮੈਂ ਦੋਏ ਦਲ ਜਿਹੜਾ ਹੈ ਤਰਕੁੱਟੀ ਚੱਕਰ, ਉਹਦੇ ਵਿੱਚ ਜੋ ਕਮਲ ਤਾਂ ਮੁੱਦਾ ਹਰੇਕ ਦਾ ਹੀ ਹਰ ਵਕਤ ਬਣਿਆ ਰਹਿੰਦਾ ਹੈ, ਉਹਦੇ ਜਿਹੜੇ 2 ਪੱਤੇ ਪਾਏ ਜਾਂਦੇ ਹਨ। ਧਾਮ ਸੁਖਦਾਨੀਏ ਇਸ ਥਾਂ ਤੇ ਜਿਹੜੇ ਜਗਿਆਸੂ ਜਦੋਂ ਕਮਾਈ ਕਰਦੇ ਆ ਜਿਨ੍ਹਾਂ ਨੇ ਆਗਿਆ ਚੱਕਰ ਦੀ ਪ੍ਰਾਪਤੀ ਕਰ ਲਈ, ਉਹ ਵੀ ਬੜੇ ਸੁੱਖਾਂ ਨੂੰ ਪ੍ਰਾਪਤ ਕਰਨ ਲੱਗ ਜਾਂਦੇ ਹਨ। ਭੇਦ ਇਨ ਜਾਈ ਖੱਟ ਚੱਕਰ ਜੋ ਵੀ ਅਲਾਈ ਜਿਨ੍ਹਾਂ ਸਾਧਕਾਂ ਨੇ ਜਗਿਆਸੂਆਂ ਨੇ ਸਿਮਰਨ ਕਰਦਿਆਂ ਇਹ ਜਿਹੜੇ ਸਾਰੇ 6 ਚੱਕਰਾਂ ਨੂੰ ਬੰਨਨ ਕਰ ਲਿਆ ਹੈ। 10 ਦਵਾਰ ਠਹਿਰਾਈ ਬਾਈ ਫਿਰ ਉਹ ਆਪਣੇ ਸਵਾਸਾਂ ਨੂੰ ਅੱਗੇ ਆਗਿਆ ਚੱਕਰ ਤੋਂ 10ਵੇਂ ਦੁਆਰ ਦੇ ਵਿੱਚ ਜੋਗੀਆਂ ਦੇ ਸਮਾਨ ਟਿਕਾਉਣ ਲੱਗ ਜਾਂਦੇ ਹਨ। ਐਸੀ ਵਿਦ ਮਾਨੀਏ ਇਸ ਢੰਗ ਤਰੀਕੇ ਦੁਆਰਾ ਜੋ ਵੀ ਇਹਨਾਂ ਨੇ ਹੁਣ ਇਹਨਾਂ ਚੱਕਰਾਂ ਨੂੰ ਪੁਰਾਣਾ ਜਾਮ ਦੁਆਰ ਭੇਜਿਆ ਹੋਇਆ ਸੀ, ਕੱਲੇ ਚੱਕਰਵਾਰ ਬਾਰੇ ਇਹ ਵੀ ਆਪਣੇ ਵੱਲੋਂ ਜਾਣਦੇ ਨੇ ਨਾ। ਇਸੇ ਕਰੇ ਜੋ ਮਤ ਨੂੰ ਧਾਰਨ ਕਰਦਿਆਂ ਹੋਇਆਂ ਇਹਨਾਂ ਨੇ ਵੀ ਇਹਨਾਂ 6 ਚੱਕਰਾਂ ਦੀ ਜਿਹੜੀ ਕਮਾਈ ਕਰਦਿਆਂ ਅੰਦਰ ਗਤੀ ਇਹਨਾਂ ਨੂੰ ਪ੍ਰਾਪਤ ਕੀਤਾ ਹੋਇਆ। ਪੌਣ 10 ਸੁਨੋ ਨਾਮ ਉਹ ਸਮੇਂ ਲੋਰੀਪਾ ਕਹਿਣ ਲੱਗਿਆ ਵੀ ਫਿਰ ਆ ਜਿਹੜੀ ਹਵਾ ਪੌਣ ਇਹ ਕਿਤਨੇ ਪ੍ਰਕਾਰ ਦੀ ਹੈ, ਇਹਦੇ ਬਾਰੇ ਵੀ ਇਹਨੇ ਗੁਰੂ ਬਾਬਾ ਜੀ ਦੇ ਅੱਗੇ ਸਵਾਲ ਪਾਇਆ ਸੀ। ਪ੍ਰਾਨ ਹੈ ਅਪਾਨ ਦੋ ਇੱਕ ਨੇ 5 ਪ੍ਰਾਣ, ਦੂਜਿਆਂ ਨੂੰ ਕਹਿ ਦਿੰਦੇ ਨੇ ਉਪ ਪ੍ਰਾਣ। ਪਹਿਲੀ ਜਿਹੜੀ ਪਾਨ ਔਰ ਦੂਜੀ ਜਿਹੜੀ ਸਮਾਨ ਨਾਮ ਦੀ ਹਵਾ ਹੈ। ਜਾਨੀਏ ਸਮਾਨ ਉਦਿਆਨ ਹੈ ਬਿਆਨ ਸੋ ਇਸੇ ਤਰ੍ਹਾਂ ਸਮਾਨ ਉਦਿਆਨ ਬਿਆਨ ਕੱਲਾ ਜਿਹੜਾ ਉਪ ਪ੍ਰਾਣ ਉਹਦੇ ਬਾਰੇ ਗੁਰੂ ਬਾਬਾ ਜੀ ਨੇ ਇਹਦੇ ਨਾਲ ਫਿਰ ਵਚਨ ਕੀਤੇ। ਪਾਨ ਅਪਾਨ ਬਿਆਨ ਉਦਿਆਨ ਇਹ ਜਿਹੜੀ 5 ਪ੍ਰਕਾਰ ਦੀ ਪੌਣ ਹੈ। ਨਾਗ ਔਰ ਕੂਰਮ ਇਸੇ ਤਰ੍ਹਾਂ ਨਾਗ ਨਾਮ ਦੀ ਪੌਣ, ਕੂਰਮ ਨਾਮ ਦੀ ਜੋ ਹਵਾ ਹੈ। ਕਰਕਲਾ ਦੇਵ ਦਤ ਲਖੋ ਇਸੇ ਤਰ੍ਹਾਂ ਕਰਕਲ ਦੇਵ ਦਤ ਜੋ 10 ਪ੍ਰਕਾਰ ਦੀ ਹਵਾ ਪਾਉਣ
ਵੈਦਾਂ ਸ਼ਾਸਤਰਾਂ ਦੇ ਵਿੱਚ ਵੀ ਮੰਨੀ ਗਈ ਹੈ। 10 ਵੀ ਧਨੰਜੈ ਨਾਮ ਕਰਤ ਬਖਾਨ ਸੋ। 10ਵੀਂ ਜਿਹੜੀ ਧਨੱਜਾ ਨਾਮ ਦੀ ਪੌਣ ਜੋ ਇਹਦੇ ਸਰੀਰ ਦੇ ਅੰਦਰ ਪਾਈ ਜਾਂਦੀ ਹੈ। ਪ੍ਰਾਨ ਰਹਿ ਰਿਧੀ ਮਾਹੀ। ਗੁਰੂ ਬਾਬਾ ਜੀ ਕਹਿਣ ਲੱਗੇ ਵੀ ਜਿਹੜੇ ਪ੍ਰਾਣ ਇਹਨਾਂ ਦਾ ਵਾਸਾ ਕਿੱਥੇ ਹੈ? ਇਹ ਹਮੇਸ਼ਾ ਵਾਸਤੇ ਮਨੁੱਖ ਦੇ ਹਿਰਦੇ ਦੇ ਅੰਦਰ ਵਸਿਆ ਕਰਦੇ ਹਨ। ਗੁਦਾ ਮੈਂ ਅਪਾਨ ਜਾਨ। ਜਿਸ ਦੇ ਨਾਲ ਜੋ ਵੀ ਅਸੀਂ ਰੋਜ਼ਾਨਾ ਭੋਜਨ ਪਾਣੀ ਨਾਨਾ ਪ੍ਰਕਾਰ ਦੇ ਪਦਾਰਥ ਕਰਦੇ ਆ, ਜੋ ਵੀ ਫੋਕਟ ਸਾਡੇ ਸਰੀਰ ਦੇ ਵਿੱਚੋਂ ਨਿਕਲਦਾ ਹੈ, ਇਹ ਜਿਹੜੀ ਹਵਾ ਗੁਦਾ ਦੇ ਵਿੱਚ ਟਿਕੀ ਹੋਇਆ ਕਰਦੀ ਹੈ। ਦੁਬਾਰਾ ਨਾ ਗੁਦਾ ਮੈਂ ਅਪਾਨ ਜਾਨ। ਇਹ ਗੁਦਾ ਦੇ ਵਿੱਚ ਮੇਰੀ ਜਿਹੜੀ ਪਾਨ ਨਾਮ ਦੀ ਹਵਾ ਵਸਦੀ ਹੈ। ਨਾਭ ਮੈਂ ਸਮਾਨ। ਨਾਭੀ ਦੇ ਵਿੱਚ ਕਿਹੜੀ ਹੈ? ਸਮਾਨ ਨਾਮ ਦੀ ਪੌਣ ਹੈ। ਕੰਠ ਬਿਖੈ ਉਦਿਆਨ ਸੋ। ਆ ਜੋ ਆਪਾਂ ਗਲੇ ਦੇ ਵਿੱਚ ਬੋਲਦੇ ਆ, ਇਹਦੇ ਵਿੱਚ ਉਦਿਆਨ ਨਾਮ ਦੀ ਹਵਾ ਦਾ ਵਾਸਾ ਹੈ। ਵਿਆਪਕ ਬਿਆਨ ਤਨ। ਬਿਆਨ ਨਾਮ ਦੀ ਜਿਹੜੀ ਹਵਾ ਹੈ ਸਾਡੇ ਸਰੀਰ ਦੇ ਵਿੱਚ ਵਿਆਪਕ ਹੈ। ਕੱਲੀ ਕੱਲੀ ਨਾੜੀ ਦੇ ਵਿੱਚ ਜਿਹੜਾ ਹੈ ਖੂਨ ਦਾ ਸਰਕਲ, ਉਹਨੂੰ ਚਕਾਉਣ ਵਾਲੀ ਭਾਵ ਕੱਲੀ ਕੱਲੀ ਨਾੜੀ ਦੇ ਵਿੱਚ ਇਹ ਜਿਹੜੀ ਹਵਾ ਸਦਾ ਵਾਸਤੇ ਵਿਆਪਕ ਰਹਿੰਦੀ ਹੈ। ਨਾਗ ਉਦਗਾਰ ਕਰੇ। ਨਾਗ ਨਾਮ ਦੀ ਪੌਣ, ਇਹਦੇ ਨਾਲ ਜਦੋਂ ਖਾਧਾ ਪੀਤਾ ਹੋ ਜਾਏ ਨਾ ਹਾਜਮ, ਉਹਦੇ ਨਾਲ ਫਿਰ ਡਕਾਰ ਆਇਆ ਕਰਦੇ ਹਨ। ਕੋਰਮ ਸੋ ਲੋਚਨ ਕੀ। ਕੋਰਮ ਨਾਮ ਦੀ ਹਵਾ ਦੇ ਨਾਲ ਸਾਡੀਆਂ ਜਿਹੜੀਆਂ ਅੱਖਾਂ ਬੰਦ ਔਰ ਖੁੱਲ੍ਹਦੀਆਂ ਵੀ ਰਹਿੰਦੀਆਂ ਹਨ। ਪਲਕ ਖੁਲਾਨ ਸੋ। ਇਸ ਹਵਾ ਦੇ ਬਲ ਦੇ ਨਾਲ ਅੱਖਾਂ ਦੀਆਂ ਜਿਹੜੀਆਂ ਪਲਕਾਂ ਬੰਦ ਵੀ ਹੁੰਦੀਆਂ ਨੇ ਤੇ ਖੁੱਲ੍ਹ ਵੀ ਜਾਂਦੀਆਂ ਹਨ। ਕਿਰਕਲ ਉਪਾਈ ਛਿਕ। ਕਿਰਕਲ ਨਾਮ ਦੀ ਜਿਹੜੀ ਹਵਾ ਇਹ ਮਨੁੱਖ ਦੇ ਅੰਦਰ ਆਸ਼ਕ ਵਗੈਰਾ ਪੈਦਾ ਕਰਦੀ ਹੈ। ਦੇਵ ਦਤ ਜੰਬਣੇ ਕੀ। ਦੇਵਦੱਤ ਹਵਾ ਦੇ ਨਾਲ ਜਿਵੇਂ ਆ ਕਈ ਵਾਰੀ ਪ੍ਰਾਣੀਆਂ ਨੂੰ ਵੱਡੀਆਂ ਵੱਡੀਆਂ ਉਵਾਸੀਆਂ ਆਉਣ ਲੱਗ ਜਾਂਦੀਆਂ ਨੇ, ਕਹਿੰਦੇ ਤੂੰ ਐਵੇਂ ਹੀ ਖਾ ਪੀ ਕੇ ਨਾ ਬੜੀਆਂ ਵੱਡੀਆਂ ਉਵਾਸੀਆਂ ਲੈਣ ਲੱਗ ਪਏ ਆ। ਇਹ ਜਿਹੜੀ ਦੇਵਦੱਤ ਨਾਮ ਦੀ ਹਵਾ ਦੇ ਨਾਲ ਮਨੁੱਖ ਨੂੰ ਉਵਾਸੀਆਂ ਆਇਆ ਕਰਦੀਆਂ ਹਨ। ਮ੍ਰਿਤ ਪੀ ਧਨੰਜੈ ਰਹੀ। ਜਦੋਂ ਮਨੁੱਖ ਦੀ ਕਹਿੰਦੇ ਹੋ ਗਈ ਮੌਤ, ਫਿਰ ਇੱਕੋ ਇੱਕ ਧਨੱਜਾ ਨਾਮ ਦੀ ਹਵਾ ਉਹ ਸਰੀਰ ਦੇ ਅੰਦਰ ਰਹਿ ਜੂ ਤੇ ਬਾਕੀ ਸਾਰੀਆਂ ਬਾਹਰ ਨਿਕਲ ਜਾਂਦੀਆਂ ਹਨ। ਇਹੀ 10 ਪ੍ਰਾਨ ਸੋ। ਗੁਰੂ ਬਾਬਾ ਜੀ ਕਹਿਣ ਲੱਗੇ ਲੋਰੀਪਾ ਨਾਮ ਦੇ ਸਿੱਧ ਨੂੰ ਇਹ ਵੀ 10 ਤਰ੍ਹਾਂ ਦੇ ਜਿਹੜੇ ਪ੍ਰਾਣ, ਉਹਦਾ ਤੈਨੂੰ ਅਸੀਂ ਲਹਿਦਾ ਨਾਮ ਉਚਾਰਨ ਕਰਕੇ ਦੱਸ ਦਿੱਤਾ ਹੈ। ਨੇਚਰ ਚੁਆਈ ਧਾਰ। ਵੀ ਜਿਨ੍ਹਾਂ ਨੇ ਨਿਜਰ ਧਾਰ ਚੁਆਇਤ ਨਿਰਮਲ ਪਿਆਸੀ ਜਿਹੜੀ ਅੰਮ੍ਰਿਤ ਦੀ ਧਾਰ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਅੰਦਰ ਚੁਆ ਲਈ ਹੈ, ਤਾਹੀਂ ਤੇ ਅਗਾਈ ਰਹੇ। ਇਹੋ ਜੀ ਧਾਰਾ ਨੂੰ ਪੀ ਕਰਕੇ ਪ੍ਰਾਣੀ ਸਦਾ ਵਾਸਤੇ ਤ੍ਰਿਪਤ ਹੋ ਜਾਂਦੇ ਹਨ। ਕਹੋ ਅਬ ਪੰਚ ਤਤ ਸੁਣੀਏ ਸੋ ਜਾਨ ਸੋ। ਫਿਰ ਗੁਰੂ ਬਾਬਾ ਜੀ ਨੇ ਜਿਹੜੇ ਨੇ ਆ ਸਾਡੇ ਜਿਸਮ ਦੇ 5 ਸਥੂਲ ਤੱਤ ਉਹਨਾਂ ਦੇ ਬਾਰੇ ਦੱਸਣਾ ਕੀਤਾ ਹੈ। ਖੰ ਪੌਣ ਬੰਨ ਪਾਣੀ। ਇਹ ਖੰ ਭਾਵ ਆਕਾਸ਼ ਹੈ, ਹਵਾ ਹੈ, ਪਾਣੀ ਹੈ, ਅਗਨੀ ਹੈ ਔਰ ਧਰਤੀ। ਇਹ ਜਿਹੜੇ 5 ਸਥੂਲ ਤੱਤ ਜਿਨ੍ਹਾਂ ਨੂੰ ਆਮ ਭਾਸ਼ਾ ਦੇ ਵਿੱਚ ਕਹਿ ਦਿੰਦੇ ਨੇ ਆਕਾਸ਼ ਹੈ, ਹਵਾ ਹੈ, ਪਾਣੀ ਹੈ, ਅੱਗ ਹੈ, ਧਰਤੀ, ਜੋ ਇਹ 5 ਸਥੂਲ ਤੱਤ ਪਾਏ ਜਾਂਦੇ ਹਨ। ਛੋਨੀ ਪੰਚ ਤਤ ਗੁਣ। ਇਸੇ ਤਰ੍ਹਾਂ ਇਹ 5 ਜਿਹੜੇ ਸਥੂਲ ਤੱਤ ਜਿਨ੍ਹਾਂ ਤੋਂ ਸਰੀਰਾਂ ਦੀ ਪੈਦਾਇਸ਼ ਹੁੰਦੀ ਹੈ,
ਸ਼ਬਦ ਸਪਰਸ਼ ਰੂਪ ਅੱਗੇ ਫਿਰ ਇਹਨਾਂ ਦੇ ਗੁਣ ਕੀ ਨੇ? ਸ਼ਬਦ, ਸਪਰਸ਼, ਰੂਪ, ਰਸ, ਗੰਧ। ਇਹ ਅੱਗੇ ਜਿਹੜੇ ਸੂਖਮ ਪੰਜ ਤੱਤ ਪਾਏ ਜਾਂਦੇ ਹਨ। ਰਸ ਗੰਧ ਮਾਨਸੋ ਇਹਦੇ ਵਿੱਚ ਸ਼ਬਦ ਹੈ, ਸਪਰਸ਼ ਹੈ, ਰੂਪ, ਰਸ, ਗੰਧ, ਇਹਨਾਂ ਦੀ ਗਿਣਤੀ ਆ ਜਾਂਦੀ ਹੈ। ਨਭ ਕਾਨ ਪੌਣ ਤੁਚਾ ਨਾਭ ਕਾਨ ਪਾਪ, ਇਹ ਕੰਨ, ਇਹ ਕਿਹਦੇ ਨੇ? ਇਹ ਆਕਾਸ਼ ਦਾ ਇੰਦਰ ਹੈ ਜਿਹਦੇ ਨਾਲ ਆਪਾਂ ਸੁਣਦੇ ਆ। ਨਾਭ ਕਾਨ ਗਿਆਨ ਇੰਦਰਾ ਕੰਨ, ਇਹ ਜਿਹੜਾ ਆਕਾਸ਼ ਦਾ ਗਿਆਨ ਇੰਦਰਾ ਹੈ। ਨਭ ਕਾਨ ਪੌਣ ਤੁਚਾ ਪੌਣ ਤੁਚਾ ਜਿਹੜੀ ਹੈ ਚਮੜੀ, ਗਰਮੀ ਔਰ ਸਰਦੀ, ਠੰਡਾ ਤੱਤਾ ਮਹਿਸੂਸ ਕਰਨ ਵਾਲੀ, ਇਹਨੂੰ ਫਿਰ ਜਿਹੜਾ ਹੈ ਹਵਾ ਦਾ ਗਿਆਨ ਇੰਦਰਾ ਮੰਨਿਆ। ਪਾਵਕ ਕੀ ਨੈਣ ਜਾਨ ਪਾਵਕ ਕੀ ਨੈਣ ਜਾਨ, ਜਿਨ੍ਹਾਂ ਅੱਖਾਂ ਦੇ ਨਾਲ ਆਪਾਂ ਦੇਖਦੇ ਆ। ਪਾਵਕ ਕੀ ਨੈਣ ਜਾਨ, ਇਹ ਜਿਹੜਾ ਅਗਨੀ ਦਾ ਗਿਆਨ ਇੰਦਰਾ ਹੈ। ਜੀਹੀ ਪਾਣੀ ਘਰਾਨ ਛਿਤ ਜੀ ਪ੍ਰਾਨੀ ਜਿਹੜੀ ਸਾਡੀ ਜ਼ੁਬਾਨ ਔਰ ਰਸਨਾ ਕੌੜਾ ਔਰ ਮਿੱਠਾ ਪਰਖਦੀ ਹੈ ਨਾ, ਜੀ ਪਾਣੀ, ਇਹ ਜਿਹੜਾ ਜਲ ਦਾ ਗਿਆਨ ਇੰਦਰਾ ਹੈ। ਘਰਾਨ ਛਿਤ ਘਰਾਨ ਛਿਤ, ਨੱਕ ਦੇ ਨਾਲ ਆਪਾਂ ਨੂੰ ਕੀ ਪਤਾ ਲੱਗਦਾ ਵੀ ਇੱਥੇ ਦੁਰਗੰਧੀ ਹੈ, ਸੌਗੰਧੀ ਹੈ। ਅਗਰ ਕਿਤੇ ਰਾਹ ਦੇ ਵਿੱਚ ਕੋਈ ਐਸੀ ਹੋਵੇ ਨਾ ਕਰਗਾਵਾੜੀ, ਉਹਦੇ ਨਾਲ ਹਵਾ ਵੀ ਦੇ ਲੋ ਕਿਤਨੀ ਗੰਦੀ ਹੋ ਜੂ, ਲੰਘਣ ਵਾਲੇ ਉੱਥੋਂ ਦੀ ਨੱਕ ਦੇ ਉੱਪਰ ਕੱਪੜਾ ਲੈ ਲੈਂਦੇ ਨੇ ਵੀ ਬੜੀ ਇੱਥੇ ਤਾਂ ਆਇਓ ਜੀ ਦੁਰਗੰਧੀ ਆ ਰਹੀ ਹੈ। ਦੁਰਗੰਧੀ ਪਰਖਣ ਦਾ ਕੰਮ ਕਿਹਦਾ ਹੈ? ਨੱਕ। ਇਸ ਕਰਕੇ ਕਰਾਨ ਛਿਤ, ਇਹ ਜਿਹੜਾ ਨੱਕ ਧਰਤੀ ਦਾ ਗਿਆਨ ਇੰਦਰਾ ਮੰਨਿਆ। ਪੰਚ ਇੰਦਰੀ ਗਿਆਨ ਸੋ ਇਹ ਜਿਹੜੇ ਪੰਜ ਗਿਆਨ ਇੰਦਰੇ ਹਰੇਕ ਦੇ ਜਿਸਮ ਦੇ ਅੰਦਰ ਪਰਮਾਤਮਾ ਨੇ ਪੈਦਾ ਕੀਤੇ ਹੋਏ ਹਨ। ਏਕ ਏਕ ਤਤ ਤਾਂ ਕੀ ਪੰਚ ਹੈ ਪ੍ਰਕਿਰਤ ਭਈ। ਉਸ ਨੇ ਬੜੇ ਐਸੇ ਉਲਝਵੇਂ ਜੇ ਸਵਾਲ ਪਾਏ ਸੀ ਗੁਰੂ ਬਾਬਾ ਜੀ ਨੂੰ। ਉਸ ਸਮੇਂ ਦੇ ਵੀ ਡੋਲਦੇ ਨੇ ਜਾਂ ਨਹੀਂ। ਉਹ ਜਿਹੜੇ ਅੱਗੇ ਫਿਰ ਇੱਕ ਇੱਕ ਤੱਤ ਦੀਆਂ ਜਿਹੜੀਆਂ ਪੰਜ ਪੰਜ ਪ੍ਰਕਿਰਤੀਆਂ ਭਾਵ, ਇਹਦੇ ਫਿਰ ਅੱਗੇ ਪੰਜ ਪੰਜ ਹਿੱਸੇ ਹੋਰ ਬਣ ਜਾਂਦੇ ਹਨ। ਲੋਭ ਮੋਹ ਅਹੰ ਦੁਖ ਇੱਕ ਲੋਭ, ਮੋਹ, ਹੰਕਾਰ ਤੇ ਜੋੜਾ ਦੁੱਖ ਹੈ। ਪ੍ਰੀਤ ਨਵ ਜਾਨੀਏ ਪ੍ਰੀਤ ਪੰਜਵਾਂ ਹੈਗਾ ਪ੍ਰੀਤੀ, ਕਿਸੇ ਦੇ ਨਾਲ ਕਰਨੀ। ਇਹ ਜਿਹੜੀਆਂ ਨਭ ਤੋਂ ਭਾਵ ਕੀ ਆਕਾਸ਼, ਦੁਬਾਰਾ ਪ੍ਰੀਤ ਨਵ ਜਾਨੀਏ ਪ੍ਰੀਤ ਨਭ ਜਾਨੀਏ। ਇਹ ਜਿਹੜੀਆਂ ਪੰਜ ਪ੍ਰਕਿਰਤੀਆਂ ਆਕਾਸ਼ ਦੀਆਂ ਪਾਈਆਂ ਜਾਂਦੀਆਂ ਹਨ। ਬਲ ਕੋ ਕਰਨ ਅਰ ਇੱਕ ਜੋ ਆਪਾਂ ਸਰੀਰ ਦੇ ਨਾਲ ਬਲ ਲਗਾਉਂਦੇ ਆ ਨਾ, ਜਿਵੇਂ ਆ ਵੱਡੇ ਵੱਡੇ ਪਹਿਲਵਾਨ ਬਾਹ ਦਾ ਜ਼ੋਰ ਲਗਾ ਕਰਕੇ ਘੁਲਿਆ ਕਰਦੇ ਹਨ। ਤਾਬਨ ਪਸਾਰਨ ਸੰਕੋਚ ਇਸੇ ਤਰ੍ਹਾਂ ਪਹਿਲਾ ਬਲ ਲਾਉਣਾ, ਦੂਜਾ ਕੀ ਹੈ ਧਰਤੀ ਦੇ ਉੱਪਰ ਦੌੜਨਾ, ਤੀਜਾ ਕੀ ਹੈ ਆਪਣੇ ਅੰਗਾਂ ਨੂੰ ਜਿਵੇਂ ਆਪਾਂ ਪਸਾਰ ਲੈਂਦੇ ਆ, ਬਾਹ ਨੂੰ ਲੰਬੀਆਂ ਵੀ ਕੀਤਾ ਜਾ ਸਕਦਾ ਇਹਨੂੰ, ਔਰ ਸੁੰਗੜ ਵੀ ਜਾਂਦੀਆਂ ਹਨ। ਸੰਕੋਚ ਆਪੋ ਆਪਣੇ ਅੰਗਾਂ ਨੂੰ ਜੋ ਸੰਕੋਚ ਕਰਕੇ ਬੈਠਣਾ ਹੈ। ਦੀਹ ਬਦੈ ਸੋ ਸ਼ਮੀਰ ਪਹਿਚਾਨੀਏ ਦੇਹ ਵਧੈ ਵੀ ਸਰੀਰ ਨੂੰ ਵਧਾਉਣਾ, ਸਮੀਰ ਪਹਿਚਾਨੀਏ। ਇਹ ਜਿਹੜੀਆਂ ਹਵਾ ਦੀਆਂ ਪੰਜ ਪ੍ਰਕਿਰਤੀਆਂ ਹਨ। ਨੀਂਦ ਔ ਜੰਭਾਈ ਭੁੱਖ ਇੱਕ ਨੀਂਦ ਤੇ ਦੂਜੇ ਨੰਬਰ ਤੇ ਆਵਾਸੀ ਆਉਣੀ ਹੈ। ਨੀਂਦ ਔ ਜੰਭਾਈ ਭੁੱਖ ਭੁੱਖ ਲੱਗਣੀ ਔਰ
ਜੋ ਸਰੀਰ ਦੇ ਵਿੱਚ ਆਲਸ ਤੇ ਪੰਜਵੀਂ ਪਿਆਸ ਪੈਦਾ ਹੋਣੀ ਹੈ। ਆਲਸ ਪਿਆਸ ਹੋਈ, ਨੀਂਦ, ਆਵਾਸੀ, ਭੁੱਖ, ਪਿਆਸ ਤੇ ਆਲਸ, ਇਹ ਜਿਹੜੀਆਂ ਪੰਜ ਪ੍ਰਕਿਰਤੀਆਂ ਹਨ। ਅਗਨ ਕੇ ਤਤ ਕੀ ਪ੍ਰਕਿਰਤ ਇਹ ਪ੍ਰਮਾਨੀਏ। ਇਹ ਹੈ ਅਗਨੀ ਦੀਆਂ ਪੰਜ ਪ੍ਰਕਿਰਤੀਆਂ। ਅਗਰ ਕਿਸੇ ਦੇ ਜਿਸਮ ਦੇ ਵਿੱਚ ਆ ਕੁਦਰਤੀ ਤੌਰ ਤੇ ਨਾ ਹੈ ਅਗਨੀ ਦਾ ਤੱਤ ਘਟ ਜੇ, ਕਹਿੰਦੇ ਆ ਵੀ ਨਾ ਇਹਨੂੰ ਭੁੱਖ ਲੱਗਦੀ ਹੈ ਨਾ ਪਿਆਸ ਲੱਗਦੀ ਹੈ, ਉਸੇ ਤਰ੍ਹਾਂ ਵਿਚਾਰਾ ਭੁੱਖਾ ਤੇ ਆਇਆ ਬੈਠਾ ਰਹਿੰਦਾ ਘਰ 'ਚ। ਇਹ ਜਿਹੜੀਆਂ ਪੰਜ ਪ੍ਰਕਿਰਤੀਆਂ ਉਵਾਸੀ ਔਰ ਨੀਂਦ ਹੈ, ਭੁੱਖ ਹੈ, ਪਿਆਸ ਹੈ, ਅਗਨੀ ਦੀਆਂ ਪਾਈਆਂ ਜਾਂਦੀਆਂ ਹਨ। ਰਕਤ ਪਸੀਨਾ ਪਿੱਤ, ਇੱਕ ਖੂਨ, ਪਸੀਨਾ, ਪਿੱਤ ਕਹਿੰਦੇ ਨੇ ਗਰਮੀ ਨੂੰ। ਕਫ ਬਿੰਦ ਨੀਰ ਹੂੰ ਕੀ, ਕਫ ਬਲਗਮ ਹੋ ਜਾਂਦੀ ਹੈ ਨਾ ਕਈਆਂ ਦੇ ਸਰੀਰਾਂ 'ਚ ਕਫ। ਤੇ ਪੰਜਵੀਂ ਜੋ ਜਿਸਮ ਦਾ ਮੁੱਖ ਤੱਤ ਕੀ ਹੈ, ਧਾਤ। ਇਹ ਜਿਹੜੀਆਂ ਪੰਜ ਪ੍ਰਕਿਰਤੀਆਂ ਜਲ ਦੀਆਂ ਪਾਈਆਂ ਜਾਂਦੀਆਂ ਹਨ। ਕਫ ਬਿੰਦ ਨੀਰ ਹੂੰ ਕੀ, ਕਫ ਹੈ, ਗਰਮੀ ਹੈ, ਪਸੀਨਾ ਹੈ। ਚਾਮ ਹਾਡ ਮਾਸ ਨਾੜੀ, ਇੱਕ ਚੰਮ, ਹੱਡ ਤੇ ਨਾੜੀਆਂ। ਸਰੀਰ ਦੇ ਵਿੱਚ ਜੋ ਛੋਟੀਆਂ ਵੱਡੀਆਂ ਜਿਨ੍ਹਾਂ ਦੀ ਗਿਣਤੀ ਵੈਦਾ ਸ਼ਾਸਤਰਾਂ ਦੇ ਵਿੱਚ 72 ਕਰੋੜ 72 ਲੱਖ 10,201 ਹੈ। ਸ਼੍ਰੀ ਹਰਿ ਨਾਰਾਇਣ ਉਪਦੇਸ਼ ਗ੍ਰੰਥ ਦੇ ਵਿੱਚ ਇਹਨਾਂ ਨਾੜੀਆਂ ਦੀ ਗਿਣਤੀ ਉਹਨਾਂ ਦੇ ਵੱਲੋਂ ਲਿਖੀ ਹੋਈ ਹੈ। ਰੋਮ ਛਿਤ ਭਾਨੀਏ, ਇਹ ਪੰਜਵਾਂ ਸਰੀਰ ਦੇ ਉੱਪਰ ਜਿਹੜੇ ਨੇ ਰੋਮ, ਇਹ ਧਰਤੀ ਦੀਆਂ ਪੰਜ ਪ੍ਰਕਿਰਤੀਆਂ ਹਨ। ਦੋਹਰਾ ਪੰਜ ਤਤ ਕੀ ਕੋਟ ਮਹਿ 25 ਹੈ ਪ੍ਰਕਿਰਤ। ਇਹ ਜਿਹੜਾ ਇੱਕ ਪੰਜਾਂ ਤੱਤਾਂ ਦਾ ਪਰਮਾਤਮਾ ਨੇ ਸਰੀਰ ਰੂਪੀ ਨਾ ਇਹੋ ਜਿਹਾ ਕਿਲਾ ਰਚ ਕੇ ਉਹਦੇ ਵਿੱਚ ਆ ਜਿਹੜੀ ਜੀਵਾਤਮਾ ਕਹਿ ਲਓ ਜਾਂ ਫਿਰ ਜਿਹੜੀ ਚੇਤਨ ਕਲਾ ਪਰਮਾਤਮਾ ਨੇ ਪਾਈ ਹੋਈ ਹੈ। ਜਿਉ ਬਸੇਰਾ ਤਹ ਕੀਓ ਸੁਣ ਲੋਹਿ ਰਿਪਾ ਮਿਤ। ਗੁਰੂ ਬਾਬਾ ਜੀ ਕਹਿਣ ਲੱਗੇ ਜੀਵ ਰੂਪੀ ਇਹ ਜਿਹੜਾ ਪ੍ਰਾਣੀ ਇਹੋ ਜਿਹੇ ਕਿਲੇ ਦੇ ਵਿੱਚ ਨਾ ਸਦਾ ਵਾਸਤੇ ਵਾਸਾ ਕਰਦਾ ਹੈ। ਸਵਈਆ ਸ਼ਰਾਉਣ ਸੁਨੇ ਗੁਣ ਐਨ ਕੇ ਬੈਨ। ਹੁਣ ਜਦੋਂ ਗੁਣਾਂ ਦੇ ਕਰ ਸਰਬਗੰਤਰ ਜਾਮੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੜੇ ਬਿਲਕੁਲ ਅਡੋਲ ਬਚਨ ਲੋਹਰੀ ਭਾ ਸਿੱਧ ਨੇ ਆਪਣੇ ਕੰਨਾਂ ਦੇ ਨਾਲ ਸੁਣ ਲਏ। ਭਈ ਮਨ ਚੈਨ ਪਛਾਨੇ ਸੋ ਜਾਨਾ। ਉਸੇ ਵਕਤ ਇਹਦੇ ਮਨ ਦੀ ਵਿੱਚ ਤਾਂ ਬੜੀ ਚੈਨ ਬੜੀ ਸ਼ਾਂਤੀ ਪੈਦਾ ਹੋ ਗਈ। ਬਚਨ ਸੁਣਦੇ ਨਾਲ ਹੀ ਦੇ ਲਿਆ ਵੀ ਇਹ ਤਾਂ ਪੂਰਨ ਪਰਮਾਤਮਾ ਦਾ ਹੀ ਰੂਪ ਹਨ। ਐਸੀ ਭਾਵਨਾ ਇਹਦੇ ਮਨ ਦੇ ਵਿੱਚ ਪੈਦਾ ਹੋ ਗਈ ਹੈ। ਹੈ ਅਵਤਾਰ ਸਹੀ ਕਰਤਾਰ। ਹੈ ਅਵਤਾਰ ਸਹੀ ਕਰਤਾਰ। ਇਹਨੇ ਅਸਲ ਸੱਚਾਈ ਨੂੰ ਸਮਝਿਆ ਵੀ ਪਰਮਾਤਮਾ ਨੇ ਹੀ ਮਾਨੋ ਜੀਵਾਂ ਦੇ ਭਲੇ ਦੇ ਲਈ ਇੱਕ ਨਿਰਾਕਾਰ ਤੋਂ ਆ ਜਿਹੜਾ ਸਰਗੁਣ ਰੂਪ ਇਹਨਾਂ ਦਾ ਹੀ ਧਾਰਨ ਕੀਤਾ ਹੋਇਆ। ਨਿਹਾਰਨ ਕੋ ਜਗ ਕੋ ਨਾ ਸਮਾਨਾ। ਇਸ ਨੇ ਦਿਵ ਦ੍ਰਿਸ਼ਟੀ ਜਾਂ ਫਿਰ ਵਿਚਾਰ ਦੇ ਨਾਲ ਦੇ ਲਿਆ ਲੋਰੀ ਭਾਸਦ ਨੇ ਵੀ ਇਹਨਾਂ ਦੇ ਸਮਾਨ ਦੁਨੀਆ ਦੇ ਵਿੱਚ ਐਸਾ ਕੋਈ ਕਾਮਲ ਕਰਾਮਾਤ ਸ਼ਕਤੀ ਨੂੰ ਧਾਰਨ ਕਰਨ ਵਾਲਾ ਨਹੀਂ ਪ੍ਰਾਪਤ ਹੋਣਾ ਹੈ। ਹੋਈ ਅਧੀਨ ਬਿਨੈ ਕਰਕੇ। ਉਸੇ ਬਾਤ ਨਾਲ ਜਿਹੜਾ ਲੋਰੀਪਾ ਨਾਮ ਦਾ ਸਿੱਧ ਗੁਰੂ ਬਾਬਾ ਜੀ ਦੇ ਅੱਗੇ ਬੜੀ ਨਿਮਰਤਾ ਦੇ ਸਹਿਤ ਦੋਵੇਂ ਹੱਥ ਜੋੜ ਕੇ ਬੜੀਆਂ ਬੇਨਤੀਆਂ ਔਰ ਜੋਈਆਂ ਕਰਨ ਲੱਗ ਪਿਆ ਸੀ। ਸਿਰ ਨਾਇਕ ਦੋਨੋਂ ਬੰਦਤ ਪਾਨਾ। ਸਿਰ ਨਾਇਕ ਹੈ ਆਪਣਾ ਦੋਵੇਂ ਹੱਥ ਜੋੜ ਕੇ ਉਸੇ ਬਾਤ ਇਹਨੇ ਤਾਂ ਫਿਰ
ਦੀਨ ਦੁਨੀਆ ਦੇ ਮਾਲਕ ਦੇ ਅੱਗੇ ਆਪਣਾ ਸੀਸ ਝੁਕਾਤਾ ਹੈ। ਆਦਰ ਕੀਨ ਵਿਸਾਲ। ਗੁਰੂ ਬਾਬਾ ਜੀ ਨੇ ਵੀ ਇਸ ਲੋਰੀਪਾ ਨਾਮ ਦਾ ਜਿਹੜਾ ਸਿੱਧਾ ਹੈ ਨਾ, ਉਹਦਾ ਆਪਣੇ ਵੱਲੋਂ ਬੜਾ ਮਾਣ ਸਤਿਕਾਰ ਕੀਤਾ ਸੀ। ਜਿੱਥੇ ਵੀ ਹੁਣ ਨਿਮਰਤਾ ਗਰੀਬੀ ਪੈਦਾ ਹੋ ਗਈ ਨਾ ਹਿਰਦੇ ਦੇ ਅੰਦਰ, ਸਤਿਗੁਰੂ ਜੀ ਉਸ ਦਾ ਬੜਾ ਮਾਣ ਸਤਿਕਾਰ ਆਪਣੇ ਵੱਲੋਂ ਕਰਿਆ ਕਰਦੇ ਸੀ। ਗੁਰੂ ਉਚਰਿਓ ਤੁਮ ਹੋ ਸਿੱਧ ਜੋਗ ਕੇ ਖਾਨਾ। ਸਤਿਗੁਰੂ ਜੀ ਕਹਿਣ ਲੱਗੇ, ਐ ਲੋਰੀਪਾ, ਅਸੀਂ ਸਮਝ ਲਿਆ ਵੀ ਤੂੰ ਇੱਕ ਸੱਚੇ ਜੋਗ ਦੀ ਨਾ ਹੈ, ਬਹੁਤ ਵੱਡੀ ਖਾਨ ਬਣਿਆ ਹੋਇਆ ਹੈ। ਦਰਅਸਲ ਜਿਹੜਾ ਹੈ ਪੁਰਾਣਾ ਜਾਮ, ਉਸ ਦੇ ਸਿਧਾਂਤ ਨੂੰ ਜਿਹੜੇ ਤੇਰੇ ਵਰਗੇ ਐਸੇ ਕਮਾਈ ਵਾਲੇ ਸਿੱਧ ਹੀ ਮਨ ਦੇ ਵਿੱਚ ਜਾਣ ਸਕਦੇ ਹਨ। ਬਾਲੀ ਕੀ ਪੰਕਜ ਆਨਨ ਤੀ। ਉਸ ਸਮੇਂ ਜਦੋਂ ਐਸਾ ਜਿਹੜਾ ਪਾਵਨ ਇਤਿਹਾਸ ਨਾ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਖੰਡੂਰ ਸਾਹਿਬ ਦੀ ਪਾਵਨ ਧਰਤੀ 'ਤੇ ਭਾਈ ਬਾਲਾ ਜੀ ਦੇ ਬੜੇ ਸੁੰਦਰ ਚਿਹਰੇ ਤੋਂ ਸੰਗਤਾਂ ਦੇ ਵਿੱਚ ਬੈਠ ਕਰਕੇ ਸਰਵਣ ਕੀਤਾ। ਇਤਿਹਾਸ ਬਣਿਓ ਮਕਰੰਦ ਸੁਹਾਇਓ। ਐਸਾ ਜਿਹੜਾ ਸ਼ੁਭ ਗੁਣਾ ਰੂਪੀ ਖੁਸ਼ਬੂ ਦੇ ਨਾਲ ਭਰਿਆ ਹੋਇਆ ਗੁਰੂ ਬਾਬਾ ਜੀ ਦਾ ਪਾਵਨ ਇਤਿਹਾਸ ਹੈ। ਸ੍ਰੀ ਗੁਰੂ ਅੰਗਦ ਜੀ ਸੁਣ ਕੇ ਇਹ ਜਿਹੜੇ ਗੁਰੂ ਬਾਬਾ ਜੀ ਦੇ ਕੌਤਕਾਂ ਨੂੰ ਨਾ ਸੁਣਦਿਆਂ ਉਸ ਸਮੇਂ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਐਸੀ ਸਮਾਧੀ ਲੱਗ ਗਈ ਹੈ। ਮਨ ਭੌਰ ਭਇਓ ਬਹੁਤੋ ਹੁਲਸਾਇਓ। ਇਤਨਾ ਉਤਸ਼ਾਹ, ਇਤਨਾ ਆਨੰਦ ਪੈਦਾ ਹੋ ਗਿਆ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਮਨ ਦੇ ਅੰਦਰ ਵੀ। ਇਸ ਇਤਿਹਾਸ ਰੂਪੀ ਕਮਲ ਦੇ ਵਿੱਚੋਂ ਖੁਸ਼ਬੂ ਲੈਣ ਦੇ ਲਈ ਮਹਾਰਾਜ ਦਾ ਮਨ ਇੱਕ ਭੌਰੇ ਦਾ ਜਿਹੜਾ ਰੂਪ ਧਾਰਨ ਕਰ ਗਿਆ ਸੀ। ਪ੍ਰੇਮ ਕੋ ਭੋਰ ਪ੍ਰਕਾਸ਼ ਕੀਓ। ਐਸਾ ਇੱਕ ਪ੍ਰੇਮ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਹਿਰਦੇ ਦੇ ਅੰਦਰ ਭਰ ਗਿਆ ਹੈ। ਗੁਰੂ ਨਾਨਕ ਰੂਪ ਕੋ ਧਿਆਨ ਲਗਾਇਓ। ਉਸੇ ਵਕਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਸ ਸੁੰਦਰ ਨੂਰਾਨੀ ਚਿਹਰੇ ਦਾ ਜਿਹੜਾ ਧਿਆਨ ਆਪਣੇ ਹਿਰਦੇ ਦੇ ਅੰਦਰ ਵਸਾ ਲਿਆ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਨੇ। ਇਹੋ ਜੀ ਬੜੀ ਸੁੰਦਰ ਕਥਾ ਨੂੰ ਸੁਣਦਿਆਂ ਹੋਇਆਂ ਹੋਏ ਬਦੀਹ ਗਏ ਤਿਹ ਕਾਲ। ਉਸੇ ਵਕਤ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਵਧੇ ਅਵਸਥਾ ਨਾ ਜਿਹੜੀ ਸਮਾਧੀ ਲਗਾ ਕੇ ਉਹ ਧਾਰਨ ਕਰ ਲਈ ਹੈ। ਭਲੇ 10 ਦਵਾਰ ਮੈਂ ਸਵਾਸ ਟਿਕਾਇਓ। ਆਪਣੇ ਜਿਹੜੇ ਸਵਾਸ ਮਹਾਰਾਜ ਨੇ ਬੜੇ ਲੰਮੇ ਸਮੇਂ ਦੇ ਲਈ 10ਵੇਂ ਦੁਆਰ ਦੇ ਵਿੱਚ ਟਿਕਾ ਲਏ ਸੀ। ਸਰੋਤਾ ਗਏ ਉਠ ਆਪਣੇ ਧਾਮਨ। ਜਦੋਂ ਕਥਾ ਦਾ ਟਾਈਮ ਸਮਾਪਤ ਹੋ ਗਿਆ, ਸਰੋਤੇ ਤਾਂ ਹੁਣ ਆਪੋ ਆਪਣੇ ਘਰਾਂ ਨੂੰ ਉੱਠ ਕਰਕੇ ਵਾਪਸ ਚਲੇ ਗਏ ਹਨ। ਰਹਿਣ ਬਿਤੀ ਇੱਕ ਦਿਵਸ ਬਿਤਾਇਓ। ਹੁਣ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਸਮਾਧੀ ਦੇ ਵਿੱਚ ਬੈਠਿਆਂ ਨਾ ਉਹ ਰਾਤ ਤੇ ਅਗਲਾ ਦਿਨ ਵੀ ਉਸੇ ਤਰ੍ਹਾਂ ਹੀ ਬਤੀਤ ਕਰ ਦਿੱਤਾ ਹੈ। ਫੇਰ ਨਿਸਾ ਭਈ ਦਿਵਸ ਚਰਿਓ। ਫਿਰ ਅਗਲੀ ਰਾਤ ਤੋਂ ਬਾਅਦ ਫਿਰ ਦਿਨ ਚੜ ਚੁੱਕਿਆ ਸੀ। ਛੁੱਟ ਕਿਉ ਨਹਿ ਧਿਆਨ ਅਖੰਡ ਲਗਾਇਓ। ਇਹੋ ਜੀ ਅਖੰਡ ਤੇ ਨਿਰਵਿਕਲਪ ਸਮਾਧੀ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਲਗਾ ਲਈ ਵੀ ਜਿੱਥੇ ਕੋਈ ਸੰਕਲਪ ਵਿਕਲਪਤਾ ਮਨ ਦੇ ਅੰਦਰ ਪੈਦਾ ਨਹੀਂ ਹੁੰਦਾ, ਬਿਲਕੁਲ ਅਖੰਡ ਧਿਆਨ ਲਗਾ ਕਰਕੇ ਬੈਠ ਗਏ ਹਨ। ਖਾਨ ਨਾ ਪਾਨ ਨਾ ਨਾਨ ਕੀਓ। ਹੁਣ ਨਾ ਤਾਂ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਲੰਗਰ ਪਾਣੀ ਨਹੀਂ ਛਕਿਆ, ਨਾ ਉੱਠ ਕਰਕੇ ਇਸ਼ਨਾਨ ਕੀਤਾ। ਉਸੇ ਤਰ੍ਹਾਂ ਬਸ ਚੌਂਕੜਾ ਮਾਰ ਕਰਕੇ ਮਹਾਰਾਜ ਨੇ ਆਪਣੇ ਇਹ ਜਿਹੜੇ ਦੋਵੇਂ ਨੇਤਰ
ਬੰਦ ਕੀਤੇ ਹੋਏ ਹਨ। ਨਰ ਆਪਸ ਮੈਂ ਮਿਲ ਬੈਨ ਅਲਾਇਓ। ਜਦੋਂ ਸਮਾਧੀ ਦੇ ਵਿੱਚ ਹੀ ਕਈ ਰੋਜ਼ ਬਤੀਤ ਕਰਤੇ ਨਾ ਦੂਸਰੇ ਪਾਤਸ਼ਾਹ ਨੇ, ਕਈ ਫਿਰ ਦੇ ਕਰਕੇ ਮਨ ਦੇ ਵਿੱਚ ਅੰਦਾਜ਼ਾ ਲਗਾਉਣ ਲੱਗ ਪਏ ਹਨ ਸ੍ਰੀ ਗੁਰੂ ਅੰਗਦ ਜੀ ਤਜ ਦਿਹੀ। ਵੀ ਸਾਨੂੰ ਤਾਂ ਇਉਂ ਮਨ ਦੇ ਵਿੱਚ ਪ੍ਰਤੀਤ ਹੁੰਦਾ ਹੈ ਵੀ ਜਿਵੇਂ ਸਤਿਗੁਰੂ ਜੀ ਨੇ ਇਹ ਆਪਣਾ ਪੰਜ ਭੌਤਿਕ ਸਰੀਰ ਦਾ ਕਰਕੇ ਤਿਆਗ ਸੱਚਖੰਡ ਨੂੰ ਚਲੇ ਗਏ, ਨਹੀਂ ਤਾਂ ਅੱਗੇ ਥੋੜ੍ਹੇ ਘੰਟਿਆਂ ਤੋਂ ਬਾਅਦ ਸਤਿਗੁਰੂ ਜੀ ਸਮਾਧੀ ਖੋਲ੍ਹ ਲੈਂਦੇ। ਤੇ ਹੁਣ ਤਾਂ ਦੇ ਲਓ ਕਿਤਨੀਆਂ ਰਾਤਾਂ ਕਈ ਦਿਨ ਉਸੇ ਤਰ੍ਹਾਂ ਸਮਾਧੀ ਦੇ ਵਿੱਚ ਬੈਠਿਆਂ ਨੂੰ ਹੀ ਬਤੀਤ ਹੋ ਗਏ ਹਨ। ਗਇਓ ਕਰਤਾਰ ਕੇ ਮਧ ਸਮਾਇਓ। ਕਈ ਪ੍ਰੇਮੀ ਸੋਚਣ ਲੱਗ ਪਏ ਵੀ ਸਤਿਗੁਰੂ ਜੀ ਤਾਂ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਅਰਲੀ ਸੰਪੂਰਨ ਥੀਆ ਰਾਮ। ਵੀ ਆਪਣੀ ਜਿਹੜੀ ਜੋਤ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਉਸ ਵਾਹਿਗੁਰੂ ਦੇ ਵਿੱਚ ਹੀ ਇਹ ਲੀਨ ਕਰ ਲਈ ਹੈ। ਭੈ ਕਰ ਕੋ ਨਾ ਬੁਲਾਈ ਸਕੈ। ਜਿਹੜੇ ਨੇੜੇ ਲੈਣ ਵਾਲੇ ਪ੍ਰੇਮੀ ਸੇਵਕ ਦਾਸ ਡਰਦੇ ਆ ਹੋਇਆ ਕੋਈ ਹੁਣ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਬੁਲਾ ਵੀ ਨਹੀਂ ਨਾ ਸਕਦਾ। ਡਰਦੇ ਨੇ ਵੀ ਜੇ ਕੋਈ ਵਚਨ ਨਿਕਲ ਗਿਆ ਉਹ ਨਾਲ ਦੀ ਨਾਲ ਪੂਰਾ ਹੋ ਜੂ। ਸੰਗਤਾਂ ਨੇ ਡਰਦਿਆਂ ਮਾਰਿਆ ਕੋਈ ਵੀ ਐਸਾ ਮਹਾਰਾਜ ਦੇ ਨਾਲ ਵਚਨ ਬਿਲਾਸ ਵੀ ਨਹੀਂ ਕੀਤਾ ਸੀ। ਟਿਗ ਬੈਠ ਰਹੇ ਨਰ ਜੋ ਤਹ ਜਾਈ। ਜਿਹੜਾ ਵੀ ਕੋਈ ਪ੍ਰੇਮੀ ਹੁੰਦਾ ਹੈ ਦੋਨੋਂ ਹੀ ਮੱਥਾ ਟੇਕ ਕੇ ਮਹਾਰਾਜ ਦੇ ਨੇੜੇ ਬੈਠ ਜਾਂਦੇ ਹਨ। ਸਾਤ ਨਿਸਾ ਪੁਨਾ ਸਾਤ ਹੀ ਬਾਸੁਰ। ਸਾਤ ਨਿਸਾ ਸਤ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਫਿਰ ਸਮਾਧੀ ਦੇ ਵਿੱਚ ਬੈਠਿਆ ਬਿਠਾਇਆ 7 ਦਿਨ 7 ਜਿਹੜੀਆਂ ਰਾਤਾਂ ਨਿਰੰਤਰ ਇੱਕ ਰਸ ਬਤੀਤ ਕਰ ਦਿੱਤੀਆਂ। ਬੀਤ ਗਏ ਤਨ ਸੋਝੀ ਨਾ ਆਈ। 7 ਦਿਨ 7 ਰਾਤਾਂ ਲੰਘ ਗਈਆਂ ਪਰ ਅਜੇ ਵੀ ਸਤਿਗੁਰੂ ਨੇ ਆਪਣੀ ਜਿਹੜੀ ਸੁਰਤੀ ਨੂੰ ਥੱਲੇ ਨਹੀਂ ਲਾਇਆ। ਜਿਹੜਾ ਸਵਾਸ ਉਹ 10ਵੇਂ ਦੁਆਰ ਦੇ ਵਿੱਚ ਹੀ ਟਿਕਾ ਕਰਕੇ ਰੱਖੇ ਹੋਏ ਹਨ। ਲੋਚਨ ਕੀ ਪਲਕਾਂ ਸੋ ਜੁਟੀ। ਇਸੇ ਤਰ੍ਹਾਂ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਨੇਤਰਾਂ ਦੀਆਂ ਜਿਹੜੀਆਂ ਪਲਕਾਂ ਉਹ ਵੀ ਉਸੇ ਤਰ੍ਹਾਂ ਜੁੜੀਆਂ ਹੋਈਆਂ ਹਨ। ਇੱਕ ਆਸਨ ਬੈਠੇ ਅਡੋਲ ਸੁਹਾਈ। ਇੱਕੋ ਹੀ ਆਸਣ ਦੇ ਉੱਪਰ ਬੈਠ ਕਰਕੇ ਮਹਾਰਾਜ ਨੇ ਦੇ ਲਓ 7 ਰਾਤਾਂ 7 ਜਿਹੜੇ ਦਿਨ ਚੌਂਕੜੇ ਦੇ ਵਿੱਚ ਹੀ ਬਤੀਤ ਕਰ ਦਿੱਤੇ ਨੇ। ਤਾਂ ਪਦ ਪੰਕਜ ਕੋ ਮਮ ਬੰਧਨ। ਕਵੀ ਜੀ ਕਹਿੰਦੇ ਨੇ ਵੀ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਤੇ ਮੈਂ ਵੀ ਬਾਰ-ਬਾਰ ਆਪਣਾ ਸੀਸ ਝੁਕਾਉਂਦਾ ਹਾਂ। ਸੀਸ ਨਿਵਾਏ ਕਰੋ ਹਿਤ ਲਾਈ। ਸਤਿਗੁਰੂ ਜੀ ਦੇ ਚਰਨਾਂ ਤੇ ਮੇਰੀ ਵੀ ਬਾਰ-ਬਾਰ ਬੜੇ ਪਿਆਰ ਸਤਿਕਾਰ ਦੇ ਸਹਿਤ ਨਮਸਕਾਰ ਹੈ। ਦੋਹਰਾ ਸ੍ਰੀ ਗੁਰ ਪਗ ਹੈ ਸ਼ਾਂਤ ਸਰ। ਅਗਲਾ ਅਧਿਆਇ ਆਰੰਭ ਕਰਦੇ ਹੋਇਆ ਕਵੀ ਜੀ ਨੇ ਗੁਰੂ ਬਾਬਾ ਜੀ ਦੇ ਚਰਨਾਂ ਦਾ ਬੜਾ ਸੁੰਦਰ ਮੰਗਲ ਕੀਤਾ। ਕੈਸੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨ ਸ੍ਰੀ ਗੁਰ ਪਗ ਹੈ ਸਾਤ ਸਰ। ਭਾਵ ਕੀ ਹੈ ਗੁਰੂ ਬਾਬਾ ਜੀ ਦੇ ਚਰਨਾਂ ਨੂੰ ਇੱਕ ਸ਼ਾਂਤੀ ਦੇ ਸਰੋਵਰ ਦੇ ਸਮਾਨ ਭਾਈ ਸਾਹਿਬ ਜੀ ਨੇ ਕਥਨ ਕੀਤਾ ਹੈ। ਮਨ ਮ੍ਰਿਗ ਤਿਸ ਹੈ ਮਿਲਾਈ। ਵੀ ਆਪਣੇ ਮਨ ਰੂਪੀ ਮਿਰਗ ਨੂੰ ਨਾ ਗੁਰੂ ਬਾਬਾ ਜੀ ਦੇ ਚਰਨਾਂ ਰੂਪੀ ਸਰੋਵਰ ਦੇ ਨਾਲ ਮੈਂ ਮਿਲਾ ਕਰ ਕੇ ਕਹੂੰ ਕਥਾ ਬਰ ਪਾਵਨੀ। ਇਹ ਜਿਹੜੀ ਬੜੀ ਸੁੰਦਰ ਕਥਾ ਸਤਿਗੁਰੂ ਜੀ ਦੀ ਉਚਾਰਨ ਕੀਤੀ ਹੈ। ਜਥਾ ਮੋਰ ਮਤ ਵੀ ਆਈ। ਜਿਉ ਜੀ ਬੁੱਧੀ ਜਿਉ ਜੀ
ਸਤਿਗੁਰਾਂ ਨੇ ਮੈਨੂੰ ਮਤ ਬਖਸ਼ੀ ਹੈ, ਉਸ ਦੇ ਮੁਤਾਬਕ ਹੀ ਹੈ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਕਥਾ ਨੂੰ ਲਿਖਣ ਦੇ ਲਈ ਮਨ ਦੇ ਵਿੱਚ ਉਦਮ ਪ੍ਰਚਾਰਤ ਧਾਰਨ ਕੀਤਾ ਹੋਇਆ ਹੈ। ਸਵਈਆ ਆਠਵੇਂ ਵਾਸਰ ਧਿਆਨ ਛੁਟਾ ਜਬ। ਜਦੋਂ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਜਿਹੜਾ ਧਿਆਨ 8ਵੇਂ ਦਿਨ ਖੁੱਲਿਆ, ਉਸ ਸਮੇਂ ਸਮਾਧੀ ਤੋਂ ਉਥਾਨ ਹੋ ਗਏ। ਦੇਹ ਵਿਖੈ ਤਬ ਹੀ ਸੁਧ ਆਈ। ਉਸ ਸਮੇਂ ਫਿਰ ਸਤਿਗੁਰੂ ਜੀ ਨੇ ਆਪਣੇ ਜਿਹੜੇ ਸਵਾਸ 10ਵੇਂ ਦੁਆਰ ਤੋਂ ਥੱਲੇ ਉਤਾਰ ਲਏ ਸਨ। ਲੋਚਨ ਸੁੰਦਰ ਜਿਉ ਬਿਕਸੀ। ਸਤਿਗੁਰੂ ਜੀ ਦੇ ਦੋਵੇਂ ਬੜੇ ਸੁੰਦਰ ਨੇਤਰ ਨਾ ਇਉਂ ਖਿੜ ਗਏ ਹਨ। ਹਰਬਿੰਦ ਪਰਪੁੱਲਤ ਜਿਉ ਛਬ ਛਾਈ। ਵੀ ਜਿਵੇਂ ਸੂਰਜ ਚੜ੍ਹਨ ਦੇ ਨਾਲ ਹੀ ਵੱਡੇ ਵੱਡੇ ਜਿਹੜੇ ਕਮਲ ਦੇ ਫੁੱਲ ਦੀਆਂ ਜਿਹੜੀਆਂ ਪੰਖੜੀਆਂ ਹੌਲੀ ਹੌਲੀ ਉਹ ਫਿਰ ਖੋਲ੍ਹਣ ਲੱਗ ਜਾਂਦੀਆਂ ਹਨ। ਕਿਵੇਂ ਬਹੁਤ ਸੁੰਦਰ ਉਹ ਜਿਹੜਾ ਆਪਣਾ ਰੂਪ ਧਾਰਨ ਕਰ ਲੈਂਦਾ ਹੈ। ਮੱਜਨ ਕੋ ਕਰ ਭੋਜਨ ਪਾਈ। ਉਹ ਸਮੇਂ 8ਵੇਂ ਦਿਨ ਗੁਰੂ ਬਾਬਾ ਸਤਿਗੁਰਾਂ ਨੇ ਪਹਿਲਾਂ ਆਪਣਾ ਚੌਂਕੜਾ ਖੋਲ੍ਹ ਕੇ ਇਸ਼ਨਾਨ ਕੀਤਾ। ਫਿਰ ਜਿਹੜਾ ਹਜ਼ੂਰੀਆ ਸੇਵਾਦਾਰ ਲੰਗਰ ਪਾਣੀ ਲੈ ਕਰਕੇ ਮਹਾਰਾਜ ਦੇ ਪਾਸ ਹਾਜ਼ਰ ਹੋ ਗਿਆ ਸੀ। ਅਸੀਨੇ ਹੈ ਆਸਨ ਪੈ ਸੁਖਦਾਈ। ਸੁੱਖਾਂ ਨੂੰ ਦੇਣ ਵਾਲੇ ਧੰਨ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਫਿਰ ਉਸੇ ਤਰ੍ਹਾਂ ਕਥਾ ਸੁਣਨ ਦੇ ਲਈ ਆਪਣੇ ਆਸਣ ਤੇ ਆ ਕੇ ਬਹਿ ਗਏ। ਦੇਹ ਸਜੈ ਤਨ ਸ਼ਾਂਤ ਧਰਾ। ਮਾਨੋ ਇਉਂ ਲੱਗਦਾ ਸੀ ਸ਼ਰਧਾ ਭਾਵਨਾ ਧਾਰਨ ਕਰਨ ਵਾਲੇ ਗੁਰਸਿੱਖਾਂ ਨੂੰ ਵੀ ਜਿਵੇਂ ਜਿਹਨੂੰ ਆਪਾਂ ਸ਼ਾਂਤੀ ਚੈਨ ਕਹਿ ਦਿੰਦੇ ਆ ਨਾ, ਵੀ ਉਹਨੇ ਹੀ ਸਤਿਗੁਰੂ ਜੀ ਦਾ ਜਿਹੜਾ ਆਪਣਾ ਰੂਪ ਧਾਰਨ ਕੀਤਾ ਹੋਇਆ ਕਿ ਖਿਮਾ ਇਹ ਆਪਣੋ ਬੀਖ ਬਣਾਈ। ਜਾਂ ਫਿਰ ਜਿਹੜੀ ਹੈ ਖਿਮਾ ਉਹਨੇ ਹੀ ਆਪਣਾ ਜਿਹੜਾ ਭੇਖ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪਾਵਨ ਸਰੂਪ ਦਾ ਬਣਾਇਆ ਹੋਇਆ। ਦੋਹਰਾ ਸਰੋਤਾ ਬਖਤਾ ਜੀ ਹੁਤੇ ਲੀਨੇ ਸਰਬ ਹਕਾਰ। ਉਸ ਬਾਅਦ ਫਿਰ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਸਰੋਤਾ ਤੇ ਬਖਤਾ ਸਾਰਿਆਂ ਨੂੰ ਹੁਕਮ ਕਰਕੇ ਆਪਣੇ ਪਾਸ ਬੁਲਾ ਲਿਆ। ਬੋਲੇ ਸ਼੍ਰੀ ਅੰਗਦ ਗੁਰੂ ਕਥਾ ਸੁਣਨ ਧਰ ਪਿਆਰ। ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਮਨ ਦੇ ਅੰਦਰ ਵੀ ਦੇਖੋ ਸਤਿਗੁਰੂ ਜੀ ਦੀ ਜਿਹੜੀ ਹੈ ਨਾ ਬੜੀ ਪਵਿੱਤਰ ਕਥਾ ਸੁੰਦਰ ਇਤਿਹਾਸ ਉਹਨੂੰ ਸੁਣਨ ਦੇ ਲਈ ਬੜਾ ਇੱਕ ਐਸਾ ਪਿਆਰ ਭਰਿਆ ਹੋਇਆ ਸੀ। ਕਬਿਤ ਐਸੇ ਗੁਰੂ ਪਾਖੀ ਬਾਲਾ ਕਹੋ ਅਬ ਸਾਖੀ ਇਹ। ਉਹ ਸਮੇਂ ਫਿਰ ਮਹਾਰਾਜ ਨੇ ਭਾਈ ਬਾਲਾ ਜੀ ਨੂੰ ਹੁਕਮ ਕੀਤਾ ਵੀ ਹੁਣ ਤੈਂ ਸਾਰੇ ਸਰੋਤਿਆਂ ਨੂੰ ਅੱਗੇ ਗੁਰੂ ਬਾਬਾ ਜੀ ਦਾ ਜਿਹੜਾ ਪਾਵਨ ਇਤਿਹਾਸ ਸੁਣਾਉਣਾ ਸ਼ੁਰੂ ਕਰਨਾ ਹੈ। ਹੋਈ ਹੈ ਹਦੂਰ ਤੇਰੀ ਸਭੈ ਸੋ ਕਹੀਜੀਏ। ਵੀ ਜਿਵੇਂ ਜਿਵੇਂ ਇਹ ਕੌਤਕ ਇਹ ਸੁੰਦਰ ਲੀਲਾ ਤੈਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਆਪਣੇ ਨੇਤਰਾਂ ਦੇ ਨਾਲ ਸਾਹਮਣੇ ਦੇਖੀ ਹੋਈਆਂ ਨਾ, ਉਹੀ ਜਿਹੜੇ ਕੌਤਕ ਉਹੀ ਲੀਲਾ ਭਾਈ ਬਾਲਾ ਜੀ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪਾਸ ਰੋਜ਼ ਦੀ ਰੋਜ਼ ਸੁਣਾਇਆ ਕਰਦੇ ਸੀ। ਸੋ ਜਿਹੜੇ ਮਾਈ ਔਰ ਭਾਈ ਜਿਹੜੀਆਂ ਵੀ ਸੰਗਤਾਂ ਰੋਜ਼ਾਨਾ ਮਹਾਂਪੁਰਖਾਂ ਦੇ ਪਾਵਨ ਸਥਾਨ ਦੇ ਉੱਪਰ ਗੁਰੂ ਬਾਬਾ ਜੀ ਦੀ ਇਸ ਸੁੰਦਰ ਕਥਾ ਦਾ ਆਨੰਦ ਮਾਣਨ ਵਾਸਤੇ ਪਹੁੰਚਦੀਆਂ ਹਨ, ਉਹਨਾਂ ਦੇ ਚਰਨਾਂ 'ਚ ਪਾਈ ਦੋਵੇਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਵੀ ਦਿਨਾਂ ਦਾ ਕਾਫੀ ਫਰਕ ਪੈ ਚੁੱਕਿਆ ਹੈ। ਸੋ ਡੈਰੀ 'ਤੇ ਮੈਂ ਦੇਖਿਆ ਸੀ ਤਕਰੀਬਨ ਜਿਹੜਾ ਹੈ ਸੂਰਜ 6:45 ਵਜੇ ਛਿਪ ਜਾਂਦਾ ਹੈ। ਇਸ ਟਾਈਮ ਤੱਕ ਕਾਫੀ
ਹਨੇਰਾ ਵੀ ਚਾਰੇ ਪਾਸੇ ਵੱਧ ਚੁੱਕਿਆ ਹੈ। ਇਸ ਕਰਕੇ ਕੱਲ ਤੋਂ ਜਿਹੜਾ ਕਥਾ ਦਾ ਟਾਈਮ 7:30 ਤੋਂ ਲੈ ਕੇ 8:30 ਤੱਕ ਹੋਇਆ ਕਰੇਗਾ। ਸਾਰੇ ਪ੍ਰੇਮੀਆਂ ਸੰਗਤਾਂ ਦੇ ਚਰਨਾਂ 'ਚ ਇਹ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਵੀ ਕੱਲ੍ਹ ਨੂੰ ਇਹ ਜਿਹੜਾ ਕਥਾ ਦਾ ਟਾਈਮ 7:30 ਤੋਂ ਲੈ ਕੇ 8:30 ਤੱਕ ਹੋਇਆ ਕਰੇਗਾ। ਹੁਣ ਜਿਸ ਪ੍ਰਕਾਰ ਭਾਈ ਵਾਲਾ ਜੀ ਨੇ ਬਚਨ ਸੁਣਾਉਣੇ ਨੇ ਆਪਣੀ ਰਸਨਾ ਤੋਂ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗੇ ਗੁਰ ਸਿੱਖਾਂ ਤਾਈਨੇ ਹਾਲ ਕਰ ਰਹੇ ਨੇ। ਐਸੇ ਗੁਰੂ ਪਾਖੀ ਬਾਲਾ ਕਹੋ ਅਬ ਸਾਖੀ ਇਹ ਹੋਈ ਹੈ ਹਦੂਰ ਤੀਰੇ ਸਭੈ ਸੋ ਕਹੀਜੀਏ। ਐਸੇ ਗੁਰੂ ਪਾਖੀ ਬਾਲਾ ਕਹੋ ਅਬ ਸਾਖੀ ਇਹ ਹੋਈ ਹੈ ਹਦੂਰ ਤੇਰੀ ਸਭੈ ਸੋ ਕਹੀਜੀਏ। ਏ ਚੋਤ ਏ ਪਾਰ ਬ੍ਰਹਮਾ ਅਵਨਾਸੀ ਅਗਨ